ਯਰਮੀਆ ਨਬੀ ਦੀ ਕਿਤਾਬ। ਯਰਮੀਆ ਇੱਕ ਇਸਰਾਏਲੀ ਜਾਜਕ ਸੀ ਜੋ ਦੱਖਣੀ ਯਹੂਦਾ ਰਾਜ ਦੇ ਆਖਰੀ ਦਹਾਕਿਆਂ ਦੌਰਾਨ ਯਰੂਸ਼ਲਮ ਵਿੱਚ ਰਹਿੰਦਾ ਅਤੇ ਸੇਵਾ ਕਰਦਾ ਸੀ। ਨਬੀ ਦੇ ਰੂਪ ਵਿੱਚ ਉਸ ਦੀ ਬੁਲਾਹਟ ਇਸਰਾਏਲ ਦੀ ਮੂਰਤੀ ਪੂਜਾ ਅਤੇ ਘੁਣਿਆਊ ਦੁਆਰਾ ਪਰਮੇਸ਼ਵਰ ਦੇ ਨੇਮ ਨੂੰ ਤੋੜਨ ਦੇ ਗੰਭੀਰ ਸਿੱਟਿਆਂ ਦੇ ਬਾਰੇ ਚੇਤਾਵਨੀ ਦੇਣਾ ਸੀ ਅਤੇ ਉਸਨੇ ਇਹ ਵੀ ਭਵਿੱਖਬਾਣੀ ਕੀਤੀ ਕਿ ਬਾਬਲ ਪਰਮੇਸ਼ਵਰ ਦੇ ਸੇਵਕ ਦੇ ਰੂਪ ਵਿੱਚ ਯਰੂਸ਼ਲਮ ਨੂੰ ਨਸ਼ਟ ਕਰਕੇ ਇਸਰਾਏਲ ਉੱਤੇ ਪਰਮੇਸ਼ਵਰ ਦਾ ਦੰਡ ਲਿਆਵੇਗਾ ਅਤੇ ਉਹ ਇਸਰਾਏਲ ਦੇ ਲੋਕਾਂ ਨੂੰ ਗੁਲਾਮੀ ਵਿੱਚ ਲੈ ਜਾਵੇਗਾ ਅਤੇ ਦੁਖਦਾਈ ਰੂਪ ਨਾਲ ਉਸ ਦੇ ਸ਼ਬਦ ਹਕੀਕਤ ਬਣ ਗਏ। ਯਰਮੀਆ ਯਰੂਸ਼ਲਮ ਦੀ ਘੇਰਾਬੰਦੀ ਅਤੇ ਵਿਨਾਸ਼ ਦੇ ਸਮੇਂ ਵਿੱਚ ਸੀ ਅਤੇ ਉਸਨੇ ਗੁਲਾਮੀ ਨੂੰ ਵਿਅਕਤੀਗਤ ਰੂਪ ਨਾਲ ਵੇਖਿਆ ਸੀ। ਹੁਣ ਇਹ ਕਿਤਾਬ ਅਸਲ ਵਿੱਚ ਦਿਲਚਸਪ ਤਰੀਕੇ ਨਾਲ ਹੋਂਦ ਵਿੱਚ ਆਉਂਦੀ ਹੈ। ਅਧਿਆਇ 36 ਸਾਨੂੰ ਦੱਸਦਾ ਹੈ ਕਿ ਯਰੂਸ਼ਲਮ ਵਿੱਚ ਯਰਮੀਆ ਦੀ ਚੇਤਾਵਨੀ ਦੇ ਪ੍ਰਚਾਰ ਦੇ 20 ਵਰ੍ਹਿਆਂ ਬਾਅਦ ਪਰਮੇਸ਼ਵਰ ਨੇ ਉਸ ਨੂੰ ਆਪਣੇ ਸਭ ਉਪਦੇਸ਼ ਅਤੇ ਕਵਿਤਾਵਾਂ ਨਿਬੰਧਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਲਿਖਣ ਲਈ ਬੁਲਾਇਆ ਅਤੇ ਯਰਮੀਆ ਨੇ ਇਸ ਕੰਮ ਦੇ ਲਈ ਬਾਰੂਕ ਨਾਮਕ ਇੱਕ ਲਿਖਾਰੀ ਨੂੰ ਨਿਯੁਕਤ ਕੀਤਾ, ਜਿਸ ਨੇ ਇਸ ਸਭ ਸਮੱਗਰੀ ਨੂੰ ਇਕੱਠੇ ਕੀਤਾ ਅਤੇ ਉਸ ਨੂੰ ਇੱਕ ਕਿਤਾਬ ਦਾ ਰੂਪ ਦਿੱਤਾ। ਹੁਣ ਬਾਰੂਕ ਨੇ ਯਰਮੀਆ ਦੇ ਸੰਬੰਧਿਤ ਕਈ ਕਹਾਣੀਆਂ ਨੂੰ ਵੀ ਇਕੱਠਾ ਕੀਤਾ ਅਤੇ ਉਸਨੇ ਇਹਨਾਂ ਸਭ ਟੁਕੜਿਆਂ ਨੂੰ ਇਕਸਾਰ ਜੋੜਿਆ ਅਤੇ ਇਸ ਲਈ ਇਹ ਕਿਤਾਬ ਸੰਗ੍ਰਹਿਾਂ ਦਾ ਨਿਚੋੜ ਲੱਗਦੀ ਹੈ। ਇਹਨਾਂ ਸਭ ਨੂੰ ਇਸ ਲਈ ਇਕਸਾਰ ਕੀਤਾ ਗਿਆ ਕਿ ਨਬੀ ਨੂੰ ਪਰਮੇਸ਼ਵਰ ਦੇ ਨਿਆਂ ਅਤੇ ਕਿਰਪਾ ਦੇ ਦੂਤ ਦੇ ਰੂਪ ਵਿੱਚ ਪੇਸ਼ ਕੀਤਾ ਜਾਵੇ। ਸੋ ਕਿਤਾਬ ਪਰਮੇਸ਼ਵਰ ਦੁਆਰਾ ਯਰਮੀਆ ਨੂੰ ਨਬੀ ਹੋਣ ਦੀ ਬੁਲਾਹਟ ਨਾਲ ਆਰੰਭ ਹੁੰਦੀ ਹੈ ਅਤੇ ਉਸ ਨੂੰ ਦੋਹਰਾ ਕੰਮ ਦਿੱਤਾ ਜਾਂਦਾ ਹੈ। ਉਹ ਇਸਰਾਏਲ ਦਾ ਨਬੀ ਹੋਵੇਗਾ, ਪਰ ਨਾਲ ਹੀ ਕੌਮਾਂ ਦਾ ਵੀ ਨਬੀ ਹੋਵੇਗਾ। ਉਸ ਦੇ ਸ਼ਬਦ ਨਾਸ਼ ਕਰਨ ਅਤੇ ਵੱਢ ਸੁੱਟਣ ਅਤੇ ਨਾਲ ਹੀ ਨਾਲ ਬਣਾਉਣ ਅਤੇ ਲਗਾਉਣ ਲਈ ਇਸਤੇਮਾਲ ਹੋਣਗੇ। ਦੂਸਰੇ ਸ਼ਬਦਾਂ ਵਿੱਚ ਉਹ ਇਸਰਾਏਲ ਉੱਤੇ ਦੋਸ਼ ਲਗਾਵੇਗਾ ਅਤੇ ਉਹਨਾਂ ਨੂੰ ਪਰਮੇਸ਼ਵਰ ਦੇ ਆਉਣ ਵਾਲੇ ਦੰਡ ਦੀ ਚੇਤਾਵਨੀ ਦੇਵੇਗਾ ਅਤੇ ਨਾਲ ਹੀ ਉਸ ਦੇ ਕੋਲ ਉਹਨਾਂ ਦੇ ਭਵਿੱਖ ਦੇ ਲਈ ਆਸ਼ਾ ਦਾ ਸੰਦੇਸ਼ ਵੀ ਹੈ। ਹੁਣ ਇਸ ਦੀ ਸ਼ੁਰੂਆਤ ਪਹਿਲੇ ਵੱਡੇ ਭਾਗ ਅਰਥਾਤ ਅਧਿਆਇ 1 ਤੋਂ 24 ਦਾ ਸਾਰ ਦਿੰਦੀ ਹੈ, ਜੋ ਗੁਲਾਮੀ ਤੋਂ ਪਹਿਲਾਂ ਯਰਮੀਆ ਦੀ ਰਚਨਾ ਦਾ ਸੰਗ੍ਰਹਿ ਹੈ। ਅਤੇ ਇੱਥੇ ਮੂਲ ਵਿਚਾਰ ਇਹ ਹੈ ਕਿ ਇਸਰਾਏਲ ਨੇ ਪਰਮੇਸ਼ਵਰ ਦੇ ਨੇਮ ਨੂੰ ਤੋੜਿਆ ਹੈ ਅਤੇ ਤੁਰੇਤ ਵਿੱਚ ਲਿਖੀਆਂ ਸਭ ਸ਼ਰਤਾਂ ਦਾ ਉਲੰਘਣ ਕੀਤਾ ਹੈ ਅਤੇ ਕਈ ਤਰੀਕਿਆਂ ਨਾਲ ਉਹਨਾਂ ਨੇ ਸਭ ਪ੍ਰਕਾਰ ਦੇ ਕਨਾਨੀ ਦੇਵਤਿਆਂ ਦੀ ਪੂਜਾ ਕੀਤੀ ਅਤੇ ਪੂਰੇ ਦੇਸ਼ ਵਿੱਚ ਮੂਰਤੀਆਂ ਲਈ ਮੰਦਰ ਬਣਾਏ। ਅਤੇ ਯਰਮੀਆ ਨੇ ਮੂਰਤੀ ਪੂਜਾ ਨੂੰ ਵਿਭਚਾਰ ਦੇ ਵਜੋਂ ਦਰਸਾਇਆ ਅਤੇ ਵਰਣਨ ਕਰਨ ਦੇ ਲਈ ਕਿ ਕਿਸ ਤਰ੍ਹਾਂ ਇਸਰਾਏਲ ਨੇ ਦੂਸਰੇ ਦੇਵੀ ਦੇਵਤਿਆਂ ਦੇ ਪ੍ਰਤੀ ਆਪਣੀ ਸ਼ਰਧਾ ਰੱਖੀ। ਉਹ ਵੇਸ਼ਵਾ, ਸੰਗ ਅਤੇ ਬੇਵਫਾਈ ਵਰਗੇ ਸ਼ਬਦ ਵਰਤਦਾ ਹੈ। ਯਰਮੀਆ ਬਾਰ-ਬਾਰ ਇਸਰਾਏਲ ਦੇ ਆਗੂਆਂ ਤੇ ਦੋਸ਼ ਵੀ ਲਗਾਉਂਦਾ ਹੈ। ਜਾਜਕ, ਰਾਜੇ, ਬਾਕੀ ਨਬੀ ਸਭ ਭ੍ਰਿਸ਼ਟ ਹੋ ਗਏ ਹਨ। ਉਹਨਾਂ ਨੇ ਤੁਰੇਤ ਅਤੇ ਨੇਮ ਨੂੰ ਤਿਆਗ ਦਿੱਤਾ ਹੈ, ਜਿਸ ਦਾ ਦੁਖਦਾਈ ਸਿੱਟਾ ਇਹ ਨਿਕਲਿਆ ਹੱਦੋਂ ਬਾਹਰ ਸਮਾਜਿਕ ਘੁਣਿਆਓ। ਇਸਰਾਏਲ ਦੇ ਸਮਾਜ ਵਿੱਚ ਸਭ ਤੋਂ ਕਮਜ਼ੋਰ ਲੋਕਾਂ, ਵਿਧਵਾਵਾਂ, ਅਨਾਥਾਂ ਅਤੇ ਪਰਦੇਸੀਆਂ ਦਾ ਸ਼ੋਸ਼ਣ ਕੀਤਾ ਗਿਆ, ਜੋ ਤੁਰੇਤ ਦੇ ਨਿਯਮਾਂ ਦਾ ਸਪਸ਼ਟ ਉਲੰਘਣ ਸੀ ਅਤੇ ਇਸਰਾਏਲ ਦੇ ਆਗੂਆਂ ਨੂੰ ਇਸ ਦੀ ਕੋਈ ਪਰਵਾਹ ਨਹੀਂ ਸੀ। ਅਤੇ ਇਹ ਸਭ ਵਿਚਾਰ ਇਕੱਠੇ ਅਧਿਆਇ 7 ਵਿੱਚ ਆਉਂਦੇ ਹਨ। ਇਸ ਨੂੰ ਯਰਮੀਆ ਦੇ ਹੈਕਲ ਵਿੱਚ ਉਪਦੇਸ਼ ਵੀ ਕਿਹਾ ਜਾਂਦਾ ਹੈ। ਇਸਰਾਏਲੀ ਲੋਕ ਹੈਕਲ ਵਿੱਚ ਆਪਣੇ ਪਰਮੇਸ਼ਵਰ ਦੀ ਆਰਾਧਨਾ ਕਰਨ ਇਸ ਤਰ੍ਹਾਂ ਆਉਂਦੇ ਹਨ ਮੰਨੋ ਜਿਵੇਂ ਸਭ ਠੀਕ ਚੱਲ ਰਿਹਾ ਹੋਵੇ, ਪਰ ਹੈਕਲ ਦੇ ਬਾਹਰ ਉਹ ਦੂਸਰੇ ਦੇਵਤਿਆਂ ਦੀ ਪੂਜਾ ਕਰ ਰਹੇ ਹਨ ਅਤੇ ਲੋਕ ਬੱਚਿਆਂ ਦੇ ਬਲੀਦਾਨ ਵਰਗੀਆਂ ਭਿਆਨਕ ਕਨਾਨੀ ਪ੍ਰਥਾਵਾਂ ਨੂੰ ਅਪਣਾ ਰਹੇ ਸਨ। ਅਤੇ ਇਸ ਲਈ ਯਰਮੀਆ ਆਪਣੀ ਆਪ ਪ੍ਰਸਿੱਧ ਘੋਸ਼ਣਾ ਕਰਦਾ ਹੈ ਕਿ ਇਸਰਾਏਲ ਦਾ ਪਰਮੇਸ਼ਵਰ ਦੰਡ ਦੇ ਲਈ ਆ ਰਿਹਾ ਹੈ। ਉਹ ਆਪਣੀ ਹੈਕਲ ਨੂੰ ਨਸ਼ਟ ਕਰਨ ਜਾ ਰਿਹਾ ਹੈ ਅਤੇ ਉੱਤਰ ਤੋਂ ਦੁਸ਼ਮਣ ਨੂੰ ਭੇਜ ਕੇ ਇਸਰਾਏਲ ਨੂੰ ਸਜ਼ਾ ਦੇਵੇਗਾ। ਇਹ ਉਹ ਸੈਨਾ ਹੋਵੇਗੀ ਜਿਸ ਨੂੰ ਪਰਮੇਸ਼ਵਰ ਯਰੂਸ਼ਲਮ ਨੂੰ ਜਿੱਤਣ ਦੀ ਪ੍ਰਵਾਨਗੀ ਦੇਵੇਗਾ। ਅਤੇ ਜਦੋਂ ਤੁਸੀਂ ਅੱਗੇ ਪੜ੍ਹਦੇ ਹੋ ਤਾਂ ਪਾਉਂਦੇ ਹੋ ਕਿ ਉਹ ਬਾਬਲ ਦੇ ਮਹਾਨ ਸਾਮਰਾਜ ਦੇ ਬਾਰੇ ਗੱਲ ਕਰ ਰਿਹਾ ਸੀ ਅਤੇ ਇਸ ਲਈ ਇਹ ਅਧਿਆਇ 25 ਵਿੱਚ ਬਦਲਾਵ ਵੱਲ ਲੈ ਜਾਂਦਾ ਹੈ। ਇਸਰਾਏਲ ਆਪਣੇ ਪਰਮੇਸ਼ਵਰ ਵੱਲ ਨਹੀਂ ਮੁੜਿਆ ਅਤੇ ਇਸ ਲਈ ਬਾਬਲ ਦੇ ਨਵੇਂ ਰਾਜੇ ਨਬੂਕਦਨਸਰ ਦੇ ਪਹਿਲੇ ਸਾਲ ਵਿੱਚ ਪਰਮੇਸ਼ਵਰ ਯਰਮੀਆ ਨੂੰ ਇਹ ਘੋਸ਼ਣਾ ਕਰਨ ਲਈ ਕਹਿੰਦਾ ਹੈ ਕਿ ਬਾਬਲ ਦੀਆਂ ਸੈਨਾਵਾਂ ਇਸਰਾਏਲ ਅਤੇ ਇਸ ਦੇ ਸਾਰੇ ਗਵਾਂਢੀਆਂ ਨੂੰ ਜਿੱਤਣ ਲਈ ਅਤੇ ਉਹਨਾਂ ਨੂੰ 70 ਸਾਲ ਤੱਕ ਗੁਲਾਮੀ ਵਿੱਚ ਲੈ ਜਾਣ ਲਈ ਆਉਣ ਵਾਲੀਆਂ ਹਨ। ਉਹ ਬਾਬਲ ਦੀ ਤੁਲਨਾ ਦਾਖਰਸ ਨਾਲ ਭਰੇ ਪਿਆਲੇ ਨਾਲ ਕਰਦਾ ਹੈ, ਜੋ ਇਸਰਾਏਲ ਦੇ ਘੁਣਿਆਊ ਅਤੇ ਮੂਰਤੀ ਪੂਜਾ ਦੇ ਪ੍ਰਤੀ ਪਰਮੇਸ਼ਵਰ ਦੇ ਕ੍ਰੋਧ ਨਾਲ ਭਾਰ ਚੁੱਕਿਆ ਹੈ ਅਤੇ ਪਰਮੇਸ਼ਵਰ ਇਸਰਾਏਲ ਅਤੇ ਕੌਮਾਂ ਨੂੰ ਇਹ ਪਿਆਲਾ ਪਿਆਵੇਗਾ। ਹੁਣ ਇਹ ਅਧਿਆਇ ਕਿਤਾਬ ਦੀ ਰਚਨਾ ਦੇ ਲਈ ਮਹੱਤਵਪੂਰਨ ਹੈ ਕਿਉਂਕਿ ਜੋ ਕੁਝ ਹੋਣ ਵਾਲਾ ਹੈ ਉਹ ਬਾਬਲ ਦੇ ਆਉਣ ਵਾਲੇ ਹਮਲੇ ਤੇ ਕੇਂਦਰਿਤ ਹੋਵੇਗਾ। ਪਹਿਲਾਂ ਇਸਰਾਏਲ ਉੱਤੇ ਅਧਿਆਇ 26 ਤੋਂ 45 ਵਿੱਚ ਅਤੇ ਫਿਰ ਦੂਸਰੀਆਂ ਕੌਮਾਂ ਤੇ ਅਧਿਆਇ 46 ਤੋਂ 51 ਵਿੱਚ। ਇਸਰਾਏਲ ਦੇ ਭਾਗ ਬਾਰੇ ਪਹਿਲਾਂ ਇਹ ਕਹਾਣੀਆਂ ਹਨ ਕਿ ਕਿਸ ਤਰ੍ਹਾਂ ਯਰਮੀਆ ਨੇ ਇਸਰਾਏਲ ਨੂੰ ਵਾਪਸ ਮੁੜਨ ਦੇ ਲਈ ਬੇਨਤੀ ਕੀਤੀ ਅਤੇ ਕਿਸ ਤਰ੍ਹਾਂ ਉਹ ਅੰਤਿਮ ਪਲਾਂ ਤੱਕ ਉਸ ਨੂੰ ਚੇਤਾਵਨੀ ਦਿੰਦਾ ਰਿਹਾ, ਪਰ ਇਸਰਾਏਲ ਦੇ ਆਗੂ ਉਸ ਨੂੰ ਲਗਾਤਾਰ ਰੱਦ ਕਰਦੇ ਰਹੇ। ਇਸ ਭਾਗ ਦੀ ਸਮਾਪਤੀ ਕਹਾਣੀਆਂ ਦੇ ਇੱਕ ਵੱਡੇ ਸੰਗ੍ਰਹਿ ਨਾਲ ਹੁੰਦੀ ਹੈ
ਕਿ ਕਿਸ ਪ੍ਰਕਾਰ ਯਰੂਸ਼ਲਮ ਘੇਰਾਬੰਦੀ ਵਿੱਚ ਸੀ ਅਤੇ ਉਸ ਨੂੰ ਆਖਿਰਕਾਰ ਬਾਬਲ ਦੁਆਰਾ ਨਸ਼ਟ ਕਰ ਦਿੱਤਾ ਗਿਆ, ਅਤੇ ਇਹ ਵੀ ਕਿ ਕਿਵੇਂ ਯਰਮੀਆ ਨੂੰ ਉਸ ਸਮੇਂ ਸਤਾਇਆ ਜਾਂਦਾ ਰਿਹਾ ਅਤੇ ਫਿਰ ਇਸਰਾਏਲ ਦੇ ਵਿਦਰੋਹੀਆਂ ਦੇ ਇੱਕ ਸਮੂਹ ਦੁਆਰਾ ਉਸ ਦੀ ਇੱਛਾ ਦੇ ਵਿਰੁੱਧ ਅਗਵਾ ਕਰਕੇ ਉਸ ਨੂੰ ਮਿਸਰ ਲਿਆਂਦਾ ਗਿਆ। ਹੁਣ ਇੱਥੇ ਮੱਧ ਵਿੱਚ ਤਬਾਹੀ ਅਤੇ ਦੰਡ ਦੀਆਂ ਦੁਖਦਾਈ ਕਹਾਣੀਆਂ ਦੇ ਵਿਚਕਾਰ ਯਰਮੀਆ ਦੇ ਉਹਨਾਂ ਉਪਦੇਸ਼ਾਂ ਦਾ ਸੰਗ੍ਰਹਿ ਹੈ ਜੋ ਇਸਰਾਏਲ ਦੇ ਭਵਿੱਖ ਦੀ ਆਸ ਦੇ ਬਾਰੇ ਹੈ। ਫਿਰ ਉਹ ਮੂਸਾ ਦੀ ਉਸ ਭਵਿੱਖਬਾਣੀ ਨੂੰ ਵੇਖਦਾ ਹੈ ਜੋ ਭਵਿਸ਼ਤਾਸਾਰ 30 ਵਿੱਚ ਹੈ ਕਿ ਜਦੋਂ ਇਸਰਾਏਲ ਨੇਮ ਤੋੜ ਦੇਵੇਗਾ ਅਤੇ ਗੁਲਾਮੀ ਵਿੱਚ ਚਲਿਆ ਜਾਵੇਗਾ ਤਾਂ ਪਰਮੇਸ਼ਵਰ ਆਪਣੇ ਲੋਕਾਂ ਦਾ ਤਿਆਗ ਨਹੀਂ ਕਰੇਗਾ। ਇਸ ਦੀ ਬਜਾਏ ਉਹ ਉਹਨਾਂ ਦੇ ਨਾਲ ਆਪਣੇ ਨਿਯਮ ਨੂੰ ਨਵਾਂ ਕਰੇਗਾ ਅਤੇ ਉਹਨਾਂ ਦੇ ਦਿਲ ਨੂੰ ਬਦਲ ਦੇਵੇਗਾ। ਯਰਮੀਆ ਇਸ ਵਾਅਦੇ ਨੂੰ ਹੋਰ ਅੱਗੇ ਲੈ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਇੱਕ ਦਿਨ ਪਰਮੇਸ਼ਵਰ ਤੁਰੇਤ ਦੇ ਨਿਯਮਾਂ ਨੂੰ ਕਿਤਾਬ ਵਿੱਚ ਨਹੀਂ ਬਲਕਿ ਆਪਣੇ ਲੋਕਾਂ ਦੇ ਦਿਲ ਉੱਤੇ ਲਿਖੇਗਾ। ਉਹ ਆਪਣੇ ਵਿਦਰੋਹ ਨੂੰ ਬਖਸ਼ ਦੇਵੇਗਾ ਤਾਂ ਕਿ ਉਹ ਅਸਲ ਵਿੱਚ ਇੱਕ ਦਿਨ ਉਸ ਨਾਲ ਪ੍ਰੇਮ ਕਰਨ ਅਤੇ ਪੂਰੀ ਤਰ੍ਹਾਂ ਉਸ ਦੇ ਪਿੱਛੇ ਚੱਲਣ। ਅਤੇ ਇੱਕ ਦਿਨ ਇਸਰਾਏਲ ਵਾਪਸ ਦੇਸ਼ ਵਿੱਚ ਮੁੜ ਆਵੇਗਾ ਅਤੇ ਦਾਊਦ ਦੇ ਵੰਸ਼ ਤੋਂ ਮਸੀਹਾ ਆਵੇਗਾ ਅਤੇ ਉਸ ਸਮੇਂ ਸਭ ਕੌਮਾਂ ਇਸਰਾਏਲ ਦੇ ਪਰਮੇਸ਼ਵਰ ਨੂੰ ਸੱਚੇ ਪਰਮੇਸ਼ਵਰ ਦੇ ਰੂਪ ਵਿੱਚ ਮੰਨਣਗੀਆਂ। ਅਤੇ ਇਹ ਅਧਿਆਇ ਦਿਖਾ ਰਹੇ ਹਨ ਕਿ ਇਸਰਾਏਲ ਦੇ ਧਰਮ ਤਿਆਗ ਦੇ ਬਾਵਜੂਦ ਪਰਮੇਸ਼ਵਰ ਇਸਰਾਏਲ ਦੇ ਪਾਪ ਨੂੰ ਜੇਤੂ ਨਹੀਂ ਹੋਣ ਦੇਵੇਗਾ ਬਲਕਿ ਉਸ ਦੀ ਆਪਣੀ ਵਿਸ਼ਵਾਸ ਯੋਗਤਾ ਉਸ ਦੇ ਵਾਅਦਿਆਂ ਨੂੰ ਪੂਰਾ ਕਰੇਗੀ ਭਾਵੇਂ ਕੁਝ ਵੀ ਹੋਵੇ। ਇਸ ਤੋਂ ਬਾਅਦ ਅਸੀਂ ਕਵਿਤਾਵਾਂ ਦਾ ਵੱਡਾ ਸੰਗ੍ਰਹਿ ਪਾਉਂਦੇ ਹਾਂ ਜਿਸ ਦਾ ਵਿਸ਼ਾ ਇਹ ਹੈ ਕਿ ਪਰਮੇਸ਼ਵਰ ਇਸਰਾਏਲ ਦੀਆਂ ਆਲੇ ਦੁਆਲੇ ਦੀਆਂ ਕੌਮਾਂ ਨੂੰ ਸਜ਼ਾ ਦੇ ਲਈ ਬਾਬਲ ਦਾ ਕਿਵੇਂ ਇਸਤੇਮਾਲ ਕਰਨ ਜਾ ਰਿਹਾ ਹੈ, ਜਿਸ ਤਰ੍ਹਾਂ ਮਿਸਰ, ਫਿਲਿਸਤੀਨ, ਮੁਆਬ, ਅਦੋਮ, ਅਮੋਨੀ, ਦਮਿਸ਼ਕ, ਹਸੋਰ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਭ ਤੋਂ ਲੰਮੀਆਂ ਕਵਿਤਾਵਾਂ ਨੂੰ ਅੰਤ ਦੇ ਲਈ ਬਚਾ ਕੇ ਰੱਖਿਆ ਗਿਆ ਹੈ ਅਤੇ ਉਹਨਾਂ ਦਾ ਵਿਸ਼ਾ ਬਾਬਲ ਤੇ ਪਰਮੇਸ਼ਵਰ ਦਾ ਆਉਣ ਵਾਲਾ ਦੰਡ ਹੈ। ਅਤੇ ਇਸ ਲਈ ਹਾਲਾਂਕਿ ਪਰਮੇਸ਼ਵਰ ਨੇ ਉਹਨਾਂ ਨੂੰ ਸਜ਼ਾ ਦੇ ਲਈ ਇਸ ਦੇਸ਼ ਦਾ ਇਸਤੇਮਾਲ ਕੀਤਾ, ਪਰ ਪਰਮੇਸ਼ਵਰ ਉਹਨਾਂ ਦੀ ਹਿੰਸਾ ਅਤੇ ਮੂਰਤੀ ਪੂਜਾ ਦਾ ਸਮਰਥਨ ਨਹੀਂ ਕਰਦਾ। ਇਸ ਲਈ ਬਾਬਲ ਵੀ ਪਰਮੇਸ਼ਵਰ ਦੇ ਨਿਆਂ ਦੇ ਮਾਪਦੰਡ ਵਿੱਚ ਆਵੇਗਾ। ਸੋ ਯਰਮੀਆ ਕੌਮਾਂ ਦੇ ਘੁਮੰਡ ਅਤੇ ਘੁਣਿਆਉ ਦੀ ਨਿੰਦਾ ਕਰਦਾ ਹੈ। ਹੁਣ ਇਹਨਾਂ ਕਵਿਤਾਵਾਂ ਵਿੱਚ ਬਾਬਲ ਬਹੁਤ ਮਹੱਤਵਪੂਰਨ ਹੈ ਅਤੇ ਸਾਨੂੰ ਵਾਪਿਸ ਉਤਪਤ ਅਧਿਆਇ 11 ਦੇ ਬਾਬਲ ਦੀ ਤਸਵੀਰ ਯਾਦ ਦਿਵਾਉਂਦਾ ਹੈ। ਬਾਬਲ ਵਿਦਰੋਹੀ ਕੌਮਾਂ ਦਾ ਪ੍ਰਤੀਨਿਧੀ ਬਣ ਗਿਆ। ਧਨ ਅਤੇ ਯੁੱਧ ਦੀ ਸ਼ਾਨੋ ਸ਼ੌਕਤ ਵਿੱਚ ਪਰਮੇਸ਼ਵਰ ਇਸ ਦੇਸ਼ ਨੂੰ ਇਸ ਦੇ ਹੀ ਵਿਨਾਸ਼ ਲਈ ਦੇਣ ਜਾ ਰਿਹਾ ਹੈ। ਕਿਤਾਬ ਦੀ ਸਮਾਪਤੀ ਇੱਕ ਕਹਾਣੀ ਨਾਲ ਹੁੰਦੀ ਹੈ ਜਿਸ ਨੂੰ ਦੂਸਰੇ ਰਾਜਿਆਂ ਦੀ ਕਿਤਾਬ ਤੋਂ ਲਿਆ ਗਿਆ ਹੈ। ਇਹ ਯਰੂਸ਼ਲਮ ਤੇ ਬਾਬਲ ਦੇ ਅੰਤਿਮ ਹਮਲੇ ਬਾਰੇ ਦੱਸਦੀ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਸ਼ਹਿਰਾਂ ਦੀਆਂ ਕੰਧਾਂ ਨੂੰ ਨਸ਼ਟ ਕੀਤਾ ਅਤੇ ਹੈਕਲ ਨੂੰ ਸਾੜ ਦਿੱਤਾ ਅਤੇ ਲੋਕਾਂ ਨੂੰ ਗੁਲਾਮੀ ਵਿੱਚ ਲੈ ਗਏ। ਇਹ ਕਹਾਣੀ ਦੱਸਦੀ ਹੈ ਕਿ ਕਿਸ ਤਰ੍ਹਾਂ ਅਧਿਆਇ 1 ਤੋਂ 24 ਵਿੱਚ ਯਰਮੀਆ ਦੁਆਰਾ ਦਿੱਤੀ ਗਈ ਦੰਡ ਦੀ ਚੇਤਾਵਨੀ ਪੂਰੀ ਹੁੰਦੀ ਹੈ। ਪਰ ਫਿਰ ਇਹ ਅਧਿਆਇ ਕੈਦੀ ਇਸਰਾਏਲੀ ਰਾਜੇ ਯਹੋਯਾਕੀਮ ਦੀ ਇੱਕ ਛੋਟੀ ਜਿਹੀ ਕਹਾਣੀ ਨਾਲ ਸਮਾਪਤ ਹੁੰਦਾ ਹੈ ਜੋ ਦਾਊਦ ਦੇ ਵੰਸ਼ ਤੋਂ ਉੱਤਰਾਧਿਕਾਰੀ ਹੈ ਅਤੇ ਬਾਬਲ ਦਾ ਰਾਜਾ ਉਸ ਨੂੰ ਜੇਲ੍ਹ ਤੋਂ ਆਜ਼ਾਦ ਕਰ ਦਿੰਦਾ ਹੈ ਅਤੇ ਉਸ ਤੇ ਕਿਰਪਾ ਦਿਖਾਉਂਦਾ ਹੈ ਅਤੇ ਉਸ ਨੂੰ ਜੀਵਨ ਭਰ ਦੇ ਲਈ ਸ਼ਾਹੀ ਮੇਜ਼ ਤੋਂ ਖਾਣ ਦਾ ਸੱਦਾ ਦਿੰਦਾ ਹੈ ਅਤੇ ਇਸ ਤਰ੍ਹਾਂ ਕਿਤਾਬ ਸਮਾਪਤ ਹੁੰਦੀ ਹੈ। ਸੋ ਇਸ ਵਿੱਚ ਆਸ ਦੀ ਝਲਕ ਹੈ ਅਤੇ ਇਹ ਸਾਨੂੰ ਅਧਿਆਇ 30 ਤੋਂ 33 ਤੱਕ ਯਰਮੀਆ ਦੇ ਆਸ ਦੇ ਵਾਅਦੇ ਦੀ ਯਾਦ ਦਿਵਾਉਂਦਾ ਹੈ। ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਜਾਂ ਦਾਊਦ ਦੇ ਵੰਸ਼ ਤੋਂ ਆਉਣ ਵਾਲੇ ਮਸੀਹ ਦੇ ਵਾਅਦੇ ਨੂੰ ਨਹੀਂ ਤਿਆਗਿਆ ਅਤੇ ਭਾਵੇਂ ਹੀ ਇਸ ਕਿਤਾਬ ਵਿੱਚ ਚੇਤਾਵਨੀ ਅਤੇ ਦੰਡ ਵਧੇਰੇ ਹਨ, ਪਰ ਆਖਰੀ ਸ਼ਬਦ ਭਵਿੱਖ ਦੀ ਆਸ ਦੇ ਨਾਲ ਸਮਾਪਤ ਹੁੰਦੇ ਹਨ। ਅਤੇ ਹੁਣ ਦੇ ਲਈ ਯਰਮੀਆ ਦੀ ਕਿਤਾਬ ਦੇ ਬਾਰੇ ਵਿੱਚ ਬਸ ਇੰਨਾ ਹੀ।